ਬਾਬਾ ਫਰੀਦ ਸੂਫੀ ਫਕੀਰਾਂ ਦੇ ਇੱਕ ਉੱਘੇ ਸਿਰਮੌਰ ਸੂਫੀ ਫਕੀਰ ਹਨ। ਆਪ ਦੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਨੇ ਔਰ ਆਪ ਦਾ ਅਮਰ ਕਲਾਮ ਸ਼ਲੋਕਾਂ ਦੇ ਰੂਪ ਵਿੱਚ ਮੌਜੂਦ ਹੈ। ਆਪ ਦਾ ਇੱਕ ਪਰਮ ਪਾਵਨ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਇਸ ਢੰਗ ਨਾਲ ਦਰਜ ਹੈ, ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਦਰਅਸਲ ਦਿਲ ਦੇ 'ਚ ਜਿਸ ਦੇ ਪਿਆਰ ਹੈ, ਜਿਸ ਦੇ ਅੰਦਰੋਂ ਚਾਹਤ ਹੈ, ਜਿਸ ਦੇ ਅੰਦਰੋਂ ਤੜਪ ਹੈ, ਰੱਬੀ ਫਕੀਰ ਉਹੀ ਹੈ, ਰੱਬੀ ਆਸ਼ਿਕ ਉਹੀ ਹੈ। ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ। ਜਿਨ੍ਹਾਂ ਨੂੰ ਖੁਦਾ ਭੁੱਲਿਆ, ਜਿਨ੍ਹਾਂ ਨੂੰ ਰੱਬ ਭੁੱਲਿਆ, ਦਰਅਸਲ ਉਹ ਧਰਤੀ ਦਾ ਬੋਝ ਨੇ, ਉਹ ਧਰਤੀ ਦਾ ਭਾਰ ਨੇ, ਭਾਰੂ ਨੇ। ਉਹਨਾਂ ਦਾ ਬੋਝ ਧਰਤੀ ਬਰਦਾਸ਼ਤ ਨਹੀਂ ਕਰਦੀ, ਉਹ ਇਤਨੇ ਭਾਰੂ ਨੇ। ਬਾਬਾ ਫਰੀਦ ਕਹਿੰਦੇ ਨੇ, ਉੱਠ ਫਰੀਦਾ ਉਜ਼ੂ ਸਾਜ, ਸੁਬਾ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਨਹੀਂ, ਜਿਹੜਾ ਸਿਰ ਸੱਚ ਦੇ ਅੱਗੋਂ ਝੁਕਦਾ ਨਹੀਂ, ਜਿਹੜਾ ਸਿਰ ਦਇਆ ਸੀਲ ਸੰਜਮ ਦੇ ਅੱਗੋਂ ਝੁਕਦਾ ਨਹੀਂ, ਉਹ ਸਿਰ ਤੇ ਕੱਟ ਹੀ ਦੇਣਾ ਚਾਹੀਦਾ। ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਖੀਂਜੇ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਧੀ ਥਾਂ। ਬਾਲਣ ਦੀ ਥਾਂ ਤੇ ਚੁੱਲ੍ਹੇ ਦੇ 'ਚ ਉਹ ਸਿਰ ਡਾਣਾ ਚਾਹੀਦਾ ਹੈ, ਉਹਨੂੰ ਜਲਾਣਾ ਚਾਹੀਦਾ ਹੈ ਜਿਹੜਾ ਖੁਦਾ ਦੇ ਅੱਗੋਂ ਝੁਕਿਆ ਨਹੀਂ। ਦਰਅਸਲ ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਨਹੀਂ, ਉਸ ਸਿਰ ਦੇ 'ਚ ਫਿਤੂਰ ਬੜਾ ਹੁੰਦਾ ਹੈ, ਉਸ ਸਿਰ ਦੇ 'ਚ ਗਰੂਰ ਬੜਾ ਹੁੰਦਾ ਹੈ, ਉਸ ਸਿਰ ਦੇ 'ਚ ਅਹੰਕਾਰ ਬੜਾ ਹੁੰਦਾ ਹੈ, ਕ੍ਰੋਧ ਬੜਾ ਹੁੰਦਾ ਹੈ, ਵੈਰ ਵਿਰੋਧ ਬੜਾ ਹੁੰਦਾ ਹੈ। ਉਹ ਸਮੁੱਚੇ ਫਿਤੂਰ ਨਾਲ, ਗੁਬਾਰ ਨਾਲ ਭਰਿਆ ਹੋਇਆ ਇੱਕ ਸਿਰ ਹੈ। ਪਤਾ ਨਹੀਂ ਇਸ ਦੇ 'ਚੋਂ ਕਿਸ ਵਕਤ ਐਸਾ ਲਾਵਾ ਫੁੱਟੇ ਜੋ ਮਨੁੱਖਤਾ ਲਈ ਨੇਸਤ ਤੇ ਨਾਬੂਦ ਦਾ ਕਾਰਨ ਬਣੇ, ਤਬਾਹੀ ਦਾ ਕਾਰਨ ਬਣੇ, ਬਰਬਾਦੀ ਦਾ ਕਾਰਨ ਬਣੇ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਧਰਤੀ ਦੇ ਉਹ ਬੋਝ ਨੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ। ਉਹ ਤੇ ਧਰਤੀ ਦਾ ਬੋਝ ਨੇ, ਉਹ ਤੇ ਧਰਤੀ ਦਾ ਭਾਰ ਨੇ। ਔਰ ਹਕੀਕਤ ਦੇ 'ਚ ਹੈ ਕਿ ਧਰਤੀ ਦਾ ਭਾਰ ਨਾਸਤਿਕ ਹੈ, ਧਰਤੀ ਦਾ ਭਾਰ ਰੱਬ ਤੋਂ ਬੇਮੁਖ ਹੈ, ਕਿਉਂਕਿ ਉਹ ਆਸਾਨ ਫਰਾਮੋਸ਼ ਹੈ। ਰੱਬ ਨੇ ਇਤਨਾ ਕੁਛ ਉਸ ਨੂੰ ਦਿੱਤਾ ਤੇ ਫਿਰ ਵੀ ਉਸ ਦੀ ਯਾਦ ਨਹੀਂ, ਉਸ ਦੀ ਇਬਾਦਤ ਨਹੀਂ, ਉਸ ਦੇ ਮਾਰਗ ਤੇ ਚੱਲਣਾ ਨਹੀਂ। ਪਰਮਾਤਮਾ ਦੇ ਮਾਰਗ ਤੇ ਚੱਲਣਾ, ਸੁਖ ਦੇ ਮਾਰਗ ਤੇ ਚੱਲਣਾ ਹੈ, ਖੁਦਾ ਦੇ ਰਸਤੇ ਤੇ ਚੱਲਣਾ ਦਰਅਸਲ ਗੁਣਾਂ ਦੀ ਪ੍ਰਾਪਤੀ ਕਰਨਾ ਹੈ। ਖੁਦਾ ਦੇ ਮਾਰਗ ਤੇ ਚੱਲਣਾ ਇਹ ਤੇ ਸੱਚ ਤੇ ਨੇਕੀਆਂ ਦੇ ਮਾਰਗ ਤੇ ਚੱਲਣਾ ਹੈ। ਤੇ ਜੋ ਐਸਾ ਨਹੀਂ ਕਰਦਾ, ਬਾਬਾ ਫਰੀਦ ਕਹਿੰਦੇ ਨੇ, ਉਹ ਤੇ ਧਰਤੀ ਦਾ ਬੋਝ ਹੈ, ਧਰਤੀ ਦਾ ਭਾਰ ਹੈ। ਕਈ ਦਫਾ ਭਾਰੂ ਇਹ ਮਨੁੱਖ, ਇਹਨਾਂ ਦੀ ਮਤ ਇਤਨੀ ਮਲੀਨ ਹੋ ਜਾਂਦੀ ਹੈ, ਇਹਨਾਂ ਦੀ ਮਤ ਇਤਨੀ ਠੋਸ ਹੋ ਜਾਂਦੀ ਹੈ, ਇਹਨਾਂ ਦਾ ਸੋਚਣ ਦਾ ਢੰਗ ਇਤਨਾ ਕੁੰਦ ਹੋ ਜਾਂਦਾ ਹੈ ਕਿ ਫਕੀਰ ਸਮਝਾ ਸਮਝਾ ਕੇ ਥੱਕ ਜਾਂਦੇ ਨੇ। ਇਹਨਾਂ ਨੂੰ ਅਕਲ ਨਹੀਂ ਆਉਂਦੀ। ਫਰੀਦਾ ਕੂਕੇਂਦੀਆਂ ਚਾਂਗੇਂਦੀਆਂ ਮੱਤੀ ਦੇਂਦੀਆਂ ਨਿਤ, ਫਰੀਦਾ ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਛਿਤ। ਉਹ ਆਪਣਾ ਚਿੱਤ ਕਿਸ ਤਰ੍ਹਾਂ ਮੋੜਨਗੇ ਜਿਨ੍ਹਾਂ ਦੇ ਚਿੱਤ ਦੇ 'ਚ ਸ਼ੈਤਾਨ ਬੈਠਾ ਹੈ, ਸ਼ੈਤਾਨ ਰਾਜ ਕਰਦਾ ਹੈ। ਵਾਕਈ ਜਦ ਸ਼ੈਤਾਨ ਰਾਜ ਕਰ ਰਿਹਾ ਹੋਵੇ ਤਾਂ ਭਗਵਾਨ ਨੂੰ ਅੰਦਰ ਤੇ ਥਾਂ ਤਾਂ ਹੀ ਮਿਲੇਗੀ। ਪਹਿਲੇ ਸ਼ੈਤਾਨ ਨੂੰ ਧੱਕੇ ਮਾਰ ਕੇ ਬਾਹਰ ਕੱਢੀਏ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਇੱਕ ਭਾਂਡੇ ਦੇ 'ਚ ਲਬਾ ਲਬ ਪਾਣੀ ਭਰਿਆ ਹੋਇਆ ਹੈ ਤੇ ਇਹਦੇ 'ਚ ਹੁਣ ਦੁੱਧ ਪਾਣਾ ਹੈ ਤਾਂ ਪਾਣੀ ਉੰਡੇਲ ਕੇ ਪਰੇ ਕਰਨਾ ਪਏਗਾ। ਇੱਕ ਬੋਤਲ ਦੇ 'ਚ ਸ਼ਰਾਬ ਭਰੀ ਹੋਈ ਹੈ ਤੇ ਇਸੇ ਬੋਤਲ ਦੇ 'ਚ ਅਸੀਂ ਦੁੱਧ ਭਰਨਾ ਚਾਹੁੰਦੇ ਹਾਂ ਤਾਂ ਸ਼ਰਾਬ ਨੂੰ ਉੰਡੇਲ ਕੇ ਇੱਕ ਪਾਸੇ ਕਰਨਾ ਪਏਗਾ। ਦੋ ਵਿਪਰੀਤ ਵਸਤੂਆਂ ਨੂੰ ਇੱਕ ਭਾਂਡੇ ਦੇ 'ਚ ਰੱਖਣਾ ਬੜੀ ਔਖੀ ਗੱਲ ਹੈ। ਇੱਕ ਹੀ ਚਿੱਤ ਦੇ 'ਚ ਭਗਵਾਨ ਤੇ ਸ਼ੈਤਾਨ ਨੂੰ ਰੱਖਣਾ ਵੀ ਬਹੁਤ ਔਖੀ ਗੱਲ ਹੈ। ਜਾਂ ਹਿਰਦੇ ਦੇ 'ਚ ਭਗਵਾਨ ਬੈਠੇਗਾ ਜਾਂ ਹਿਰਦੇ ਦੇ 'ਚ ਸ਼ੈਤਾਨ ਬੈਠੇਗਾ। ਜਦ ਹਿਰਦੇ ਦੇ ਸ਼ੈਤਾਨ ਬੈਠ ਜਾਂਦਾ ਹੈ ਤਾਂ ਉਹ ਬੰਦਾ ਧਰਤੀ ਦਾ ਬੋਝ ਬਣ ਜਾਂਦਾ ਹੈ।
ਧਰਤੀ ਦਾ ਭਾਰ ਬਣ ਜਾਂਦਾ ਹੈ। ਤੇ ਜਦ ਹਿਰਦੇ ਦੀ ਸੇਜਾ ਤੇ ਭਗਵਾਨ ਬੈਠ ਜਾਂਦਾ ਹੈ, ਉਹ ਤੇ ਧਰਤੀ ਦਾ ਫੁੱਲ ਬਣ ਜਾਂਦਾ ਹੈ, ਸੁਗੰਧੀ ਬਣ ਜਾਂਦਾ ਹੈ। ਉਹ ਤੇ ਚਾਰੋਂ ਪਾਸੇ ਮਹਿਕ ਸੁਹੱਪਣ ਸੁਗੰਧੀ ਵੰਡਦਾ ਹੈ। ਉਹ ਐਸਾ ਹੌਲਾ ਫੁੱਲ ਹੋ ਜਾਂਦਾ ਹੈ, ਕਦੇ ਵੀ ਸਮਾਜ ਦੇ ਕਿਸੇ ਤਬਕੇ ਲਈ ਉਹ ਭਾਰ ਨਹੀਂ ਆਉਂਦਾ। ਤੋ ਬਾਬਾ ਫਰੀਦ ਕਹਿੰਦੇ ਨੇ, ਜਿਨ੍ਹਾਂ ਨੂੰ ਖੁਦਾ ਦਾ ਨਾਮ ਭੁੱਲਿਆ ਉਹ ਤੇ ਧਰਤੀ ਦੇ ਭਾਰ ਨੇ, ਬੋਝ ਨੇ। ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲਿਏ ਲੜ ਲਾਏ ਦਰ ਦਰ ਵੇਸ ਸੇ, ਤਿਨ ਧਨ ਜਣੇ ਦੀ ਮਾਓ ਆਏ ਸਫਲ ਸੇ। ਪਰਵਰਦਿਗਾਰ ਅਪਾਰ ਅਗਮ ਬੇਅੰਤ ਤੂੰ, ਜਿਨੀ ਪਛਾਤਾ ਸੱਚ ਚੁੰਮਾ ਪੈਰ ਮੋ, ਤੇਰੀ ਪਨਹਿ ਖੁਦਾਏ ਤੂੰ ਬਖਸ਼ਿੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਫਰੀਦ ਦੀ ਤੇ ਪ੍ਰਾਰਥਨਾ ਹੈ, ਫਰੀਦ ਦੀ ਤੇ ਇਹ ਦੁਆ ਹੈ, ਐ ਖੁਦਾ ਅੱਠੇ ਪੈਰ ਮੇਰੀ ਇਹੀ ਦੁਆ ਹੈ, ਤੂੰ ਮੇਰੀ ਝੋਲੀ ਦੇ ਚ ਆਪਣੀ ਬੰਦਗੀ ਪਾ, ਬੰਦਗੀ ਦਾ ਖੈਰ ਪਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਦਾ ਫਰਮਾਨ, ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ, ਵਗਰਨੇ ਜ਼ੌਕੇ ਚੁਨੀ ਆਮਦਨ ਨਬੂਦ ਮਰਾ। ਤੂੰ ਇਸ ਦੁਨੀਆ ਦੇ ਚ ਕੇਵਲ ਖੁਦਾਈ ਬੰਦਗੀ ਲਈ ਆਇਆ ਹੈ, ਵਰਨਾ ਇਸ ਆਕਾਸ਼ ਦੇ ਥੱਲੇ ਹੋਰ ਕੀ ਕੁਛ ਨਹੀਂ ਆਉਂਦਾ। ਸਭ ਕੁਛ ਹੋ ਰਿਹਾ ਹੈ, ਤੂੰ ਤੇ ਕੇਵਲ ਬੰਦਗੀ ਲਈ ਆਇਆ ਹੈ। ਸਭ ਕੁਛ ਤੇਰੇ ਲਈ ਹੈ, ਤੂੰ ਖੁਦਾ ਲਈ ਹੈ। ਸਾਰਾ ਪਦਾਰਥ ਤੇਰੇ ਲਈ ਹੈ, ਤੂੰ ਪਰਮਾਤਮਾ ਲਈ ਹੈ। ਪਦਾਰਥ ਦੀ ਹੋਂਦ ਤੇਰੇ ਲਈ ਹੈ, ਤੇਰੀ ਹੋਂਦ ਪਰਮਾਤਮਾ ਲਈ ਹੈ। ਤੋ ਬਾਬਾ ਫਰੀਦ ਕਹਿੰਦੇ ਨੇ, ਐ ਖੁਦਾ ਰਹਿਮਤ ਕਰ, ਬਖਸ਼ਿਸ਼ ਕਰ, ਮੇਰੀ ਝੋਲੀ ਦੇ ਚ ਬੰਦਗੀ ਦੀ ਖੈਰ ਪਾ। ਦਿਨ ਰਾਤ ਆਪ ਬੰਦਗੀ ਕਰਦੇ ਨੇ, ਔਰ ਬੰਦਗੀ ਨੇ ਜੋ ਅਵਸਥਾ ਬਣਾਈ ਹੈ ਉਸ ਦਾ ਆਪ ਇਸ ਢੰਗ ਨਾਲ ਜ਼ਿਕਰ ਕਰਦੇ ਨੇ, ਫਰੀਦਾ ਰੱਤੀ ਰਤ ਨਾ ਨਿਕਲੇ, ਜੇ ਤਨ ਚੀਰੇ ਕੋਏ, ਜੋ ਸ਼ੈ ਰੱਤੇ ਆਪਣੇ, ਤਿਨ ਤਨ ਰਤ ਨਾ ਹੋਏ। ਬਈ ਮੇਰੇ ਤਨ ਨੂੰ ਕੋਈ ਚੀਰੇ ਤੇ ਰੱਤੀ ਜਿਤਨੀ ਵੀ ਰਤ ਲਹੂ ਨਹੀਂ ਨਿਕਲੇਗੀ। ਮੁਗਾਲਤਾ ਪੈ ਸਕਦਾ ਇਸ ਤੋਂ, ਕਿ ਵਾਕਈ ਜਿਨ੍ਹਾਂ ਦੇ ਅੰਤਰ ਆਤਮ ਵਿੱਚ ਚਾਨਣਾ ਹੋ ਜਾਂਦਾ ਹੈ, ਜਿਨ੍ਹਾਂ ਨੂੰ ਖੁਦਾ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਆ ਵਾਕਈ ਉਹਨਾਂ ਦੇ ਸਰੀਰ ਵਿੱਚ ਲਹੂ ਨਹੀਂ ਆਉਂਦੀ? ਕਿਆ ਵਾਕਈ ਉਹਨਾਂ ਦੇ ਤਨ ਵਿੱਚ ਰਤ ਨਹੀਂ ਆਉਂਦੀ? ਬਾਬੇ ਫਰੀਦ ਦੇ ਇਸ ਸ਼ਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ, ਜੋ ਇਸ ਸ਼ਲੋਕ ਨੂੰ ਖੋਲਦਾ ਹੈ ਕਿ ਬਾਬਾ ਫਰੀਦ ਕੀ ਕਹਿ ਰਹੇ ਨੇ, ਉਸ ਨੂੰ ਸਮਝੋ। ਸ਼ਬਦਾਂ ਵਿੱਚ ਜੋ ਕੁਝ ਉਹਨਾਂ ਨੇ ਆਖਿਆ, ਅੱਖਰਾਂ ਵਿੱਚ ਜੋ ਕੁਝ ਉਹਨਾਂ ਨੇ ਆਖਿਆ, ਅਗਰ ਉਸ ਦੀ ਗਹਿਰਾਈ ਵਿੱਚ ਨਾ ਗਏ ਤਾਂ ਉਪਰੋਕਤ ਜਿਹੜੇ ਅਰਥ ਨੇ ਉਹ ਬਾਬੇ ਫਰੀਦ ਦੇ ਖਿਆਲਾਂ ਦੀ ਤਰਜਮਾਨੀ ਨਹੀਂ ਕਰਨਗੇ, ਕਿਉਂਕਿ ਐਸਾ ਹੋ ਹੀ ਨਹੀਂ ਸਕਦਾ ਕਿ ਰਤ ਤੋਂ ਬਿਨਾ ਤਨ ਹੋਵੇ, ਲਹੂ ਤੋਂ ਬਿਨਾ ਤਨ ਹੋਵੇ। ਤਾਂ ਬਾਬਾ ਫਰੀਦ ਕਹਿੰਦੇ ਨੇ, ਰੱਤੀ ਰਤ ਨਾ ਨਿਕਲੇ, ਜੇ ਤਨ ਚੀਰੇ ਕੋਏ, ਫਰੀਦਾ ਜੋ ਸ਼ੈ ਰੱਤੇ ਆਪਣੇ, ਤਿਨ ਤਨ ਰਤ ਨਾ ਹੋਏ। ਇਹਨੂੰ ਖੋਲਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ, ਫਰੀਦਾ ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ੈ ਰੱਤੇ ਆਪਣੇ, ਤਿਨ ਤਨ ਲੋਭ ਰਤ ਨਾ ਹੋਏ। ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉ ਬੈ ਸੰਤਰ ਧਾਤ ਸੁਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਹਾਂ, ਜੋ ਖੁਦਾ ਦੇ ਨਾਮ ਨਾਲ ਰੱਤੇ ਹੋਏ ਨੇ, ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਹੁੰਦੀ, ਉਹਨਾਂ ਦੇ ਅੰਦਰ ਵਿਕਾਰਾਂ ਦੀ ਰਤ ਨਹੀਂ ਆਉਂਦੀ। ਪ੍ਰਭੂ ਦਾ ਭੈ ਉਹਨਾਂ ਦੇ ਤਨ ਦੇ ਚੋਂ ਸਾਰੀ ਵਿਕਾਰਾਂ ਦੀ ਰਤ ਕੱਢ ਦਿੰਦਾ ਹੈ, ਲੋਭ ਦਾ ਲਹੂ ਨਿਕਲ ਜਾਂਦਾ ਹੈ। ਔਰ ਹਕੀਕਤ ਹੈ, ਸੱਚ ਦੇ ਨਾਲ ਜਦ ਕੋਈ ਆਪਣੇ ਆਪ ਨੂੰ ਕੋਹੰਦਾ ਹੈ, ਜ਼ਬਾ ਕਰਦਾ ਹੈ, ਤਾਂ ਉਸ ਦੇ ਅੰਦਰੋਂ ਲੋਭ ਦਾ ਲਹੂ ਨਿਕਲ ਹੀ ਜਾਂਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਅਮਰ ਵਾਕ ਹੈ, ਇੱਕ ਕਸਾਈ ਪ੍ਰਤੀ, ਕਿ ਛੁਰੇ ਨਾਲ ਕੱਟ ਕੱਟ ਕੇ ਤੂੰ ਬੱਕਰਿਆਂ ਦਾ ਲਹੂ ਕਿਉਂ ਕੱਟਦਾ ਹੈ? ਸੱਚ ਦੀ ਕਾਤੀ ਨਾਲ ਆਪਣੇ ਆਪ ਨੂੰ ਜ਼ਬਾ ਕਰ ਤੇ ਆਪਣੇ ਅੰਦਰੋਂ ਲੋਭ ਦਾ ਲਹੂ ਕੱਢ। ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸਕੀ ਅਪਰ ਅਪਾਰ, ਤਿਸਕਾ ਕੁੱਠਾ ਹੋਵੇ ਸੇਖ, ਲਹੂ ਲਭ ਨਿਖੱਥਾ ਵੇਖ। ਇਸ ਸੱਚ ਦੀ ਕਾਤੀ ਨਾਲ, ਇਸ ਸੱਚ ਦੇ ਛੁਰੇ ਨਾਲ ਜੇ ਤੂੰ ਕਿਸੇ ਨੂੰ ਜ਼ਬਾ ਕਰੇਗਾ ਤਾਂ ਫਿਰ ਉਸ ਦੇ ਅੰਦਰ
ਲਹੂ ਜਿਹੜਾ ਨਿਕਲੇਗਾ ਉਹ ਲੋਭ ਦਾ ਲਹੂ ਨਿਕਲ ਜਾਏਗਾ, ਵਿਕਾਰਾਂ ਦਾ ਲਹੂ ਨਿਕਲ ਜਾਏਗਾ। ਵਾਕਈ ਇਹ ਛੁਰਾ ਹੈ ਸੱਚ, ਇਹ ਮਹਾਂਪੁਰਸ਼ਾਂ ਕੋਲ ਆਉਂਦਾ ਹੈ, ਔਰ ਇਹ ਛੁਰਾ ਸਿੱਧਾ ਮਨ ਦੇ ਚ ਲੱਗਦਾ ਹੈ, ਦਿਲ ਦੇ ਚ ਲੱਗਦਾ ਹੈ, ਔਰ ਦਿਲ ਦੇ ਚੋਂ ਲੋਭ ਨਿਕਲ ਜਾਂਦਾ ਹੈ, ਵਿਕਾਰ ਨਿਕਲ ਜਾਂਦੇ ਨੇ। ਭਗਤਾਂ ਦੇ ਬੋਲ ਬੁੱਝੀ ਹੋਈ ਰਾਖ ਨਹੀਂ ਨੇ, ਫਕੀਰਾਂ ਤੇ ਭਗਤਾਂ ਦੇ ਬੋਲ ਭਖਦੇ ਹੋਏ ਅੰਗਾਰੇ ਨੇ। ਇਹ ਤੇ ਸ਼ੋਲੇ ਨੇ, ਇਹਨਾਂ ਦੇ ਕੋਲ ਜਦ ਬੈਠਾਂਗੇ ਤੇ ਵਿਕਾਰ ਸੜ ਜਾਣਗੇ, ਔਗੁਣ ਸੜ ਜਾਣਗੇ। ਇਸ ਵਾਸਤੇ ਮਨੁੱਖ ਪੁੱਤਰਾਂ ਕੋਲ ਬੈਠ ਸਕਦਾ ਹੈ, ਮਿੱਤਰਾਂ ਕੋਲ ਬੈਠ ਸਕਦਾ ਹੈ, ਸੰਸਾਰ ਦੇ ਕਿਸੇ ਕੋਨੇ 'ਚ ਕਿਸੇ ਨਾਲ ਬੈਠ ਸਕਦਾ ਹੈ, ਅਖਬਾਰ ਨਾਲ ਬੈਠ ਸਕਦਾ ਹੈ, ਔਰ ਤਰ੍ਹਾਂ ਤਰ੍ਹਾਂ ਦੇ ਹੋਰ ਮਨੋਰੰਜਨ ਦੇ ਸਾਧਨਾਂ ਨਾਲ ਬੈਠ ਸਕਦਾ ਹੈ। ਮਨੁੱਖ ਖੁਦਾ ਤੇ ਖੁਦਾ ਦੇ ਪਿਆਰਿਆਂ ਨਾਲ ਨਹੀਂ ਬੈਠ ਸਕਦਾ, ਫਕੀਰਾਂ ਦੇ ਨਾਲ ਨਹੀਂ ਬੈਠ ਸਕਦਾ। ਉੱਥੇ ਉਸ ਨੂੰ ਉਪਰਾਮਤਾ ਨਸੀਬ ਆਉਂਦੀ ਹੈ, ਕਾਰਨ ਕਿ ਉਹਨਾਂ ਦੇ ਬਚਨ ਤੇ ਇੱਕ ਸ਼ੋਲਾ ਨੇ, ਉਹਨਾਂ ਦੇ ਬੋਲ ਤੇ ਇੱਕ ਬਖਤੇ ਅੰਗਾਰੇ ਨੇ ਜੋ ਔਗਣਾਂ ਨੂੰ ਸਾੜ ਕੇ ਸੁਆਹ ਕਰ ਦਿੰਦੇ ਨੇ। ਰਾਖ ਦੀ ਢੇਰ ਕੋਲ ਤੇ ਬੰਦਾ ਬਹਿ ਸਕਦਾ ਹੈ, ਜਿੱਥੇ ਮਨੁੱਖ ਦਾ ਆਪਣਾ ਵਜੂਦ ਕਾਇਮ ਰਹਿ ਸਕਦਾ ਹੈ ਔਰ ਉਸ ਨੂੰ ਕੋਈ ਖਤਰਾ ਨਹੀਂ, ਸੁਰੱਖਿਅਤ ਰਹਿ ਸਕਦਾ ਹੈ। ਇਸ ਵਾਸਤੇ ਪੁੱਤਰਾਂ ਕੋਲ ਬੈਠਣ ਦੇ ਨਾਲ, ਮਿੱਤਰਾਂ ਕੋਲ ਬੈਠਣ ਨਾਲ ਆਪਣੇ ਆਪ ਦੀ ਸੁਰੱਖਿਆ ਬਣੀ ਰਹਿੰਦੀ ਹੈ, ਕਾਮ ਦੀ ਸੁਰੱਖਿਆ, ਕ੍ਰੋਧ ਦੀ ਸੁਰੱਖਿਆ, ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਦੀ ਹੋਂਦ ਬਕਾਇਦਾ ਕਾਇਮ ਰਹਿੰਦੀ ਹੈ। ਪਰ ਇੱਕ ਫਕੀਰ ਦੇ ਬੋਲਾਂ ਕੋਲ ਜਦ ਬੈਠਾਂਗੇ, ਉਹ ਤੇ ਬਖਦੇ ਅੰਗਾਰੇ ਨੇ ਜੋ ਇਹਨਾਂ तमाम ਵਿਕਾਰਾਂ ਨੂੰ ਸਾੜ ਕੇ ਸੁਆਹ ਕਰ ਦੇਣਗੇ, ਰਾਖ ਕਰ ਦੇਣਗੇ। ਤੋ ਬਾਬਾ ਫਰੀਦ ਦਰਅਸਲ ਇਹੀ ਕਹਿਣਾ ਚਾਹੁੰਦੇ ਨੇ ਕਿ ਮੇਰੇ ਅੰਦਰੋਂ ਲੋਭ ਦਾ ਲਹੂ ਨਿਕਲ ਗਿਆ। ਔਰ ਇਸੇ ਨੂੰ ਖੁਲਾਸਾ ਪੂਰਵਕ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਫਰੀਦਾ ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ੈ ਰਤੇ ਆਪਣੇ ਤਿਨ ਤਨ ਲੋਭ ਰਤ ਨਾ ਹੋਏ। ਬਾਬਾ ਫਰੀਦ ਨੇ ਸਮਸਤ ਪੰਜਾਬ ਤੋਂ ਇਲਾਵਾ ਕੁਛ ਦਿੱਲੀ ਤੇ ਰਾਜਸਥਾਨ ਦੇ ਸ਼ਹਿਰਾਂ ਦਾ ਵੀ ਭਰਮਣ ਕੀਤਾ ਹੈ। ਭਰਮਣ ਦੇ ਦੌਰਾਨ ਆਪ ਨੇ ਇੱਕ ਦਫਾ ਐਸਾ ਦੇਖਿਆ ਕਿ ਇੱਕ ਵੇਸਵਾ ਆਪਣੀ ਗੋਲੀ ਨੂੰ ਕੁੱਟ ਰਹੀ ਹੈ, ਮਾਰ ਰਹੀ ਹੈ, ਔਰ ਮਾਰਨ ਦਾ ਕਾਰਨ ਇਤਨਾ ਹੀ ਸੀ ਕਿ ਉਹਨੇ ਕੱਜਲ ਜੋ ਪੀਸਿਆ ਸੀ ਬਾਰੀਕ ਨਹੀਂ ਪੀਸਿਆ ਸੀ, ਔਰ ਕੱਜਲ ਦੀ ਸਲਾਈ ਜਦ ਉਸ ਵੇਸਵਾ ਨੇ ਆਪਣੀ ਅੱਖਾਂ 'ਚ ਪਾਈ ਤੇ ਰੜਕ ਪਈ, ਅੱਖ ਦੇ 'ਚ ਕੁੱਟਣ ਲੱਗੀ ਗੋਲੀ ਨੂੰ, ਮਾਰਨ ਲੱਗੀ ਗੋਲੀ ਨੂੰ। ਦੁਬਾਰਾ ਉਸੇ ਹੀ ਰਸਤੇ ਤੋਂ ਜਦ ਬਾਬਾ ਫਰੀਦ ਲੰਘੇ ਤਾਂ ਉਸ ਦੀ ਕਬਰ ਕੁੱਤਿਆਂ ਨੇ ਕਬਰ ਨੂੰ ਪੁੱਟ ਕੇ ਉਹਦਾ ਸਿਰ ਬਾਹਰ ਕੱਢਿਆ ਹੋਇਆ ਸੀ, ਔਰ ਅੱਖਾਂ ਦੀ ਥਾਂ ਤੇ ਅਨੇਕਾਂ ਕੀੜੇ ਬੈਠੇ ਹੋਏ। ਬਾਬਾ ਫਰੀਦ ਅਗੰਮੀ ਦੁਨੀਆ ਵਿੱਚ ਖੋ ਗਏ, ਔਰ ਆਪ ਦੀ ਮੁਬਾਰਕ ਜ਼ਬਾਨ ਤੋਂ ਇਹ ਸ਼ਲੋਕ ਨਿਕਲਿਆ, ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿਠ, ਕੱਜਰ ਰੇਖ ਨਾ ਸਹਿੰਦੀਆਂ, ਸੇ ਪੰਖੀ ਸੁਹੈ ਬਹਿਠ। ਜੋ ਇੱਕ ਕੱਜਲ ਦੀ ਰੇਖ ਵੀ ਅੱਖਾਂ ਵਿੱਚ ਨਹੀਂ ਸਹਾਰ ਸਕਦੀਆਂ ਸਨ, ਅਨੇਕਾਂ ਕੀੜੇ ਉਹਨਾਂ ਹੀ ਅੱਖਾਂ ਵਿੱਚ ਕੁਰਬੁਲ ਕੁਰਬੁਲ ਕਰ ਰਹੇ ਨੇ। ਇਹ ਹਾਲਤ ਇਹਨਾਂ ਅੱਖਾਂ ਦੀ ਬਣ ਗਈ ਹੈ। ਐ ਮਨੁੱਖ, ਇਤਨਾ ਤਕੱਬੁਰ ਕਿਉਂ, ਇਤਨਾ ਗਰੂਰ ਕਿਉਂ? ਆਖਿਰ ਵਾਸਤਵਿਕ ਆਪਣੀ ਹੋਂਦ ਦਾ ਤੇ ਤੂੰ ਬੋਧ ਰੱਖ, ਆਪਣੀ ਹੋਂਦ ਦਾ ਤੇ ਤੂੰ ਗਿਆਨ ਰੱਖ। ਇਸੇ ਤਰੀਕੇ ਨਾਲ ਥਾਂ ਪਰ ਥਾਂ ਰੱਬੀ ਪਿਆਰਿਆਂ ਨੂੰ ਉਪਦੇਸ਼ ਸੰਦੇਸ਼ ਦਿੰਦਿਆਂ ਦਿੰਦਿਆਂ ਆਪ ਪਹੁੰਚੇ ਨੇ ਅਜਮੇਰ ਸ਼ਰੀਫ। ਉਸ ਸਮੇਂ ख्वाजा ਮਈਦੁਨ ਚਿਸ਼ਤੀ ਆਪਣੀ ਰੂਹਾਨੀ ਤਾਕਤ ਨਾਲ, ਰੂਹਾਨੀ ਬੋਲਾਂ ਨਾਲ ਆਲੇ ਦੁਆਲੇ ਦੇ ਵਾਤਾਵਰਣ ਨੂੰ ਕਾਫੀ ਪ੍ਰਭਾਵਿਤ ਕਰ ਚੁੱਕੇ ਸਨ। ਐਸੇ ਸਮੇਂ ਫਰੀਦ ਵੀ ਉੱਥੇ ਪਹੁੰਚੇ। ਚਿਸ਼ਤੀ ਸਾਹਿਬ ਨੇ ਆਪ ਤੋਂ ਹਾਲ ਚਾਲ ਪੁੱਛਿਆ ਤਾਂ ਫਰੀਦ ਨੇ ਕਿਹਾ ਕਿ ਮੈਂ ख्वाजा ਸਾਹਿਬ ਆਪ ਦਾ ਮੁਰੀਦ ਬਣਨ ਲਈ ਆਇਆ, ਮੈਂ ਵੀ ਇੱਥੇ ਰਹਿਣਾ ਹੈ, ਮੈਂ ਵੀ ਆਪ ਦੇ ਰੂਹਾਨੀ ਕਲਾਮ ਤੋਂ ਸਰਸ਼ਾਰ ਹੋਣਾ ਚਾਹੁੰਦਾ, ਮੈਂ ਵੀ ਆਪ ਦੀ ਸੰਗਤ ਵਿੱਚ ਬੈਠ ਕੇ ਖੁਦਾ ਦੀ ਨੇੜਤਾ ਹਾਸਲ ਕਰਨਾ ਚਾਹੁੰਦਾ। ਕਹਿੰਦੇ ਨੇ ख्वाजा ਮਈਉਦੀਨ ਚਿਸ਼ਤੀ ਦਾ ਇਹ ਸੁਭਾਅ ਸੀ ਕਿ ਜਦ ਵੀ ਆਪ ਦਾ ਕੋਈ ਸ਼ਾਗਿਰਦ ਬਣੇ ਤਾਂ ਉਸ ਨੂੰ ਕਸਵੱਟੀ ਤੇ ਜ਼ਰੂਰ ਪਰਖ ਲੈਂਦੇ ਸਨ। ਔਰ ਹਕੀਕਤ ਹੈ ਕਿ ਜਿਸ ਨੂੰ ਕਸਵੱਟੀ ਤੇ ਪਰਖੀਏ ਨਾ, ਅਸਲੀਅਤ ਦਾ ਪਤਾ ਹੀ ਨਹੀਂ ਚੱਲਦਾ,
ਹਕੀਕਤ ਦਾ ਪਤਾ ਹੀ ਨਹੀਂ ਚੱਲਦਾ। ਪਰਮਾਤਮਾ ਨੇ ਵੀ ਸਮੁੱਚੇ ਸੰਸਾਰ ਦੇ ਵਿੱਚ ਬਕਾਇਦਾ ਕਸਵਟੀਆਂ ਰੱਖੀਆਂ ਹੋਈਆਂ ਨੇ, ਹਰ ਜੀਵ ਲਈ, ਹਰ ਮਨੁੱਖ ਲਈ। ਭਗਤ ਕਬੀਰ ਜੀ ਮਹਾਰਾਜ ਦਾ ਐਸਾ ਫਰਮਾਨ ਕਿ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨ ਕੋਏ, ਰਾਮ ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਏ। ਵੀ ਝੂਠਾ ਬੰਦਾ ਰਾਮ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ। ਪਰ ਸਵਾਲ ਇਹ ਪੈਦਾ ਹੁੰਦਾ, ਰਾਮ ਦੀ ਕਸੌਟੀ ਕੀ ਹੈ? ਰਾਮ ਦੀ ਕਸੌਟੀ ਹੈ ਦੁੱਖ ਤੇ ਸੁੱਖ। ਦੁੱਖ ਦੇ ਵਿੱਚ ਬੰਦਾ ਇਤਨਾ ਬੇਚੈਨ ਹੋ ਜਾਂਦਾ ਹੈ, ਦਿਮਾਗੀ ਸੰਤੁਲਨ ਆਪਣਾ ਇਤਨਾ ਗਵਾ ਬੈਠਦਾ ਹੈ ਕਿ ਉਸ ਲਈ ਬੰਦਗੀ ਕਰਨਾ ਬਹੁਤ ਕਠਿਨ ਹੈ। ਔਰ ਸੁੱਖ ਦੇ ਵਿੱਚ ਇਤਨਾ ਦਲਿਦਰੀ ਹੋ ਜਾਂਦਾ ਹੈ, ਇਤਨਾ ਅਯਾਸ ਹੋ ਜਾਂਦਾ ਹੈ, ਇਤਨਾ ਆਲਸੀ ਹੋ ਜਾਂਦਾ ਹੈ। ਹੁਣ ਅੰਮ੍ਰਿਤ ਵੇਲੇ ਉੱਠਣਾ ਔਖਾ ਹੋ ਜਾਂਦਾ ਹੈ, ਹੁਣ ਬ੍ਰਹਮ ਮੁਹੂਰਤ ਦੇ ਵਿੱਚ ਉੱਠ ਕੇ ਬੰਦਗੀ ਕਰਨਾ ਔਖਾ ਹੋ ਜਾਂਦਾ ਹੈ। ਇਹ ਸੁੱਖ ਦੁੱਖ ਪਰਮਾਤਮਾ ਵੱਲੋਂ ਮਨੁੱਖ ਲਈ ਇੱਕ ਕਸਵਟੀ ਨੇ, ਤੇ ਇਸ ਕਸਵਟੀ ਤੇ ਅਕਸਰ ਦੇਖਿਆ ਗਿਆ ਹੈ ਮਨੁੱਖ ਪੂਰਾ ਨਹੀਂ ਉਤਰਦਾ। ਦੁੱਖ ਵੀ ਬੰਦੇ ਦਾ ਦਿਮਾਗੀ ਸੰਤੁਲਨ ਡਾਵਾਂ ਡੋਲ ਕਰ ਦਿੰਦਾ ਹੈ, ਔਰ ਸੁੱਖ ਵੀ ਦਿਮਾਗੀ ਸੰਤੁਲਨ ਡਾਵਾਂ ਡੋਲ ਕਰ ਦਿੰਦਾ ਹੈ। ਬਹੁਤੇ ਦੁਖੀ ਬੰਦੇ ਵੀ ਜੀਵਨ ਦੀ ਗਹਿਰਾਈ ਨੂੰ ਵੇਖਣ ਦੇ ਵਿੱਚ ਅਸਮਰਥ ਹੋ ਜਾਂਦੇ ਨੇ, ਔਰ ਬਹੁਤੇ ਸੁਖਿਆਰੇ ਬੰਦਿਆਂ ਦੀ ਦ੍ਰਿਸ਼ਟੀ ਵੀ ਕੋਈ ਬਹੁਤ ਬੁਲੰਦ ਨਹੀਂ ਹੁੰਦੀ, ਉਹਨਾਂ ਦੀ ਵੀ ਪ੍ਰਵਾਜ਼ ਕੋਈ ਬਹੁਤ ਉੱਚੀ ਨਹੀਂ ਹੁੰਦੀ। ਇਸੇ ਤਰੀਕੇ ਨਾਲ ਪਰਮਾਤਮਾ ਦੇ ਪਿਆਰੇ ਫਕੀਰ ਲੋਕ ਵੀ ਜਦ ਵੀ ਕਿਸੇ ਨੂੰ ਆਪਣਾ ਸ਼ਾਗਿਰਦ ਬਣਾਉਂਦੇ ਸਨ ਤੇ ਉਹਨਾਂ ਦੇ ਸਾਹਮਣੇ ਕੋਈ ਨਾ ਕੋਈ ਕਸਵੱਟੀ ਜ਼ਰੂਰ ਰੱਖਦੇ ਸਨ। ਜੈਸੇ ਕਿ ਕੇਸਗੜ੍ਹ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਸਵੱਟੀ ਰੱਖੀ ਕਿ ਮੈਨੂੰ 5 ਸੀਸ ਚਾਹੀਦੇ ਨੇ, 5 ਸਿਰ ਚਾਹੀਦੇ ਨੇ। ਇਹ ਕਸਵੱਟੀ ਸੀ। ਦਰਅਸਲ ਸਤਿਗੁਰੂ ਇਹ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ ਹੈ। ਕੋਈ ਪੁੱਤਰਾਂ ਲਈ ਜੀਵਦਾ ਹੈ, ਕੋਈ ਪਰਿਵਾਰ ਲਈ ਜੀਵਦਾ ਹੈ, ਕੋਈ ਪਤਨੀ ਲਈ ਜੀਵਦਾ ਹੈ, ਕੋਈ ਪਤੀ ਲਈ ਜੀਵਦਾ ਹੈ, ਕੋਈ ਧਨ ਲਈ ਜੀਵਦਾ ਹੈ, ਕੋਈ ਪ੍ਰਭਤਾ ਲਈ ਜੀਵਦਾ ਹੈ, ਕੋਈ ਮਾਣ ਮਰਿਆਦਾ ਲਈ ਜੀਵਦਾ ਹੈ। ਇੱਥੇ ਸਤਿਗੁਰ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ ਹੈ। ਦਰਅਸਲ ਮੇਰੇ ਨਾਲ ਪੂਰਨ ਤੌਰ ਤੇ ਕਿਸ ਦਾ ਸੰਬੰਧ ਹੈ। ਤੋ ਮਹਾਂਪੁਰਸ਼ ਗਾਹੇ ਬਗਾਏ ਮਨੁੱਖਤਾ ਦੇ ਸਾਹਮਣੇ ਕਸੌਟੀ ਰੱਖਦੇ ਆਏ ਨੇ। ख्वाजा ਮੁਈਨੁਦੀਨ ਚਿਸ਼ਤੀ ਨੇ ਵੀ ਬਾਬੇ ਫਰੀਦ ਦੇ ਸਾਹਮਣੇ ਇੱਕ ਕਸਵੱਟੀ ਰੱਖ ਦਿੱਤੀ। ਕਸਵੱਟੀ ਕੀ ਆਖਿਆ, ਫਰੀਦ ਐ ਲੈ ਕਬੂਤਰ ਤੇ ਐ ਲੈ ਛੁਰੀ, ਇਸ ਨੂੰ ਐਸੀ ਥਾਂ ਤੇ ਜ਼ਬਾ ਕਰ ਜਿੱਥੇ ਕੋਈ ਵੀ ਨਾ ਦੇਖੇ, ਕਿਸੇ ਦੀ ਵੀ ਦ੍ਰਿਸ਼ਟੀ ਨਾ ਪਏ, ਹਰ ਇੱਕ ਦੀ ਨਜ਼ਰਾਂ ਤੋਂ ਓਝਲ। ਤੂੰ ਇਸ ਨੂੰ ਜ਼ਬਾ ਕਰ। ਔਰ ਜ਼ਬਾ ਕਰਕੇ ਛੇਤੀ ਲਿਆ। ਬਾਬਾ ਫਰੀਦ ਕਬੂਤਰ ਨੂੰ ਲੈ ਕੇ, ਛੁਰੇ ਨੂੰ ਲੈ ਕੇ ਅਜਮੇਰ ਸ਼ਹਿਰ ਤੋਂ ਬਾਹਰ ਚਲੇ ਗਏ ਬਈ ਉੱਥੇ ਕੋਈ ਨਹੀਂ ਵੇਖੇਗਾ। ਇੱਕ ਬਿਆਬਾਨ ਜੰਗਲ ਦੇ ਚ ਆਪ ਚਲੇ ਗਏ। ਉੱਥੇ ਇੱਕ ਖੰਡਰ ਸੀ, ਤੇ ਜਿਉਂ ਖੰਡਰ ਦੇ ਚ ਆਪ ਪ੍ਰਵੇਸ਼ ਕਰਦੇ ਨੇ ਤੇ ਸੋਚਦੇ ਨੇ ਕਿ ਹੁਣ ਨਾ ਪੰਛੀ ਵੇਖਦੇ ਪਏ ਨੇ, ਨਾ ਪਸ਼ੂ ਵੇਖ ਰਹੇ ਨੇ, ਤੇ ਨਾ ਹੀ ਮਨੁੱਖ ਵੇਖ ਰਹੇ ਨੇ। ਤੇ ਮੇਰੇ ख्वाजा ਨੇ ਆਖਿਆ ਸੀ ਇਸ ਨੂੰ ਐਸੀ ਥਾਂ ਤੇ ਜ਼ਬਾ ਕਰੀ ਜਿੱਥੇ ਕੋਈ ਨਾ ਵੇਖੇ। तो इत्थे कोई भी नहीं वेख रहा। अंधेरा सी उस खंडर दे उस खोले दे जैसे ज़बह करन लगे ते अंधेरे दे कबूतर दियां अखां चमक रही सन। उन्हां चमकदियां अखां नूं वेख के एकदम फरीद नूं ख्याल आया कबूतर वेख रहे। मेरे ख्वाजा ने आख्या कोई भी ना वेखे, कबूतर ते वेख रहे। आपने अपना चोला फाड़ कबूतर दी अखां बन दित्तियां ते जद ज़बह करन लगे ते ख्याल आया मैं वेख रहा। अपनी अखां ते भी पट्टी बन दी। फिर जद ज़बह करन लगे तो फिर ख्याल आया मेरा मन वेख रहा है, मेरी आत्मा वेख रही है। ते हुण मैं अपनी आत्मा ते किवें पट्टी बना, हुण मैं अपनी आत्मा दी अखां किवें बंद करां, वो ते देखदी पई है। मेरे अंदर दा मन, मेरे अंदर दी ज़मीर ते सब कुछ देखदी पई है। लिहाजा आप कबूतर ते छुरी नूं एकदम ख्वाजा दी दरगाह दे वापस लिया है। ख्वाजा साहब दे अगों कबूतर भी रख दिता, छुरा भी रख दिता। ते मुईनुद्दीन चिश्ती कहन लगे फरीद तैनू कहा सी किसी ऐसी थां ते ज़बह कर
ਜਿੱਥੇ ਕੋਈ ਵੀ ਨਾ ਦੇਖੇ ਤੇ ਤੂੰ ਜ਼ਬਾ ਕਰਕੇ ਨਹੀਂ ਲੈ ਆਇਆ। ਖਵਾਜਾ ਸਾਹਿਬ, ਸਾਰੀ ਥਾਵਾਂ ਤੇ ਮੇਰੀ ਆਤਮਾ ਵੇਖਦੀ ਹੈ, ਸਾਰੀ ਥਾਵਾਂ ਤੇ ਮੇਰੀ ਰੂਹ ਵੇਖਦੀ ਹੈ, ਹਰ ਥਾਂ ਤੇ ਖੁਦਾ ਵੇਖਦਾ ਹੈ, ਕਿੱਥੇ ਇਸ ਨੂੰ ਜ਼ਬਾ ਕਰਾਂ। ਆਪ ਦਾ ਹੁਕਮ ਸੀ ਕਿ ਐਸੀ ਥਾਂ ਤੇ ਜ਼ਬਾ ਕਰੋ ਜਿੱਥੇ ਕੋਈ ਵੀ ਨਾ ਦੇਖੇ, तो खुदा ते सारी थां ते देखदा है। तो एकदम ख्वाजा मुईनुद्दीन चिश्ती ने कहा, फरीद तेरी बंदगी संपूर्ण है, तेरी इबादत मुकम्मल है। जिस बंदे नूं हर थां ते हर वेले खुदा दी झलक मिले ते खुदा दा एहसास होवे, बस यही पूर्ण पद है। जा तू ते खुदा नाल जुड़िया है, तेरे उत्ते खुदा दी बख्शिश है। खुदा रंग रतले बाबे फरीद दे अमर बोलां दे तरह तरह के उपदेश ते संदेश मिलते हैं। आप कहते ने, सब्बर ए कमान सब्र का नीहणो, सब्र संदा बाण खालिक खता ना करी। बाबा फरीद कहते सबर दे बड़ी ताकत है, धीरज दे बड़ी ताकत है। जिस दे अंदर सबर होवे ਉਹਨੂੰ ਸਾਬਰੀ ਕਹਿੰਦੇ ਨੇ, ਸਬਰ ਦੇ ਚ ਜੀਵਨ ਵਾਲਾ। ਸਬਰ ਇਹ ਕਮਾਨ ਸਬਰ ਕਾ ਨੀਹਣੋ, ਜਿਹਦੇ ਕੋਲ ਸਬਰ ਦਾ ਕਮਾਨ ਹੈ, ਸਬਰ ਦਾ ਤੀਰ ਹੈ, ਤੇ ਜਿਸ ਨੇ ਸਬਰ ਦਾ ਹੀ ਚਿੱਲਾ ਚੜਾਇਆ ਹੈ। ਸਬਰ ਸੰਦਾ ਬਾਣ ਖਾਲਿਕ ਖਤਾ ਨਾ ਕਰੀ। ਸਬਰ ਦਾ ਜਿਹੜਾ ਤੀਰ ਹੈ ਇਹ ਨਿਸ਼ਾਨੇ ਤੇ ਲੱਗਦਾ ਹੈ, ਭਾਵ ਨਿਸ਼ਾਨੇ ਦੀ ਪੂਰਤੀ ਕਰਾ ਦਿੰਦਾ ਹੈ। ਸਬਰ ਦਾ ਬਾਣ खालक भी खता नहीं जान लेंदा। भाव जड़ा साबरी बंदा है, जो सबर विच बैठा है, उसकी चाहत और उसकी लोड़ खुदा आप पूरी करता है, उसनों खुदा भी निराश नहीं करता। इस वास्ते बाबा फरीद दा फरमान है, सबर ए सुवाओ जे तू बंदा दृढ़ करें, वध थी वे दरियाओ टुट न थी वे वाहड़ा। जे तू किधरे सबर अपने अंदर धारण कर लवें ते सागर की तरह महान हो जाएगा, दरियावां की तरह महान हो जाएगा। एक छोटा जिहा वाड़ा नहीं रह जाएगा। भाव साबर मनुख जेड़े ने वो परम पद की प्राप्ति कर लेंदे ने। अधीर जेड़े मनुख ने, बेसबरी वाले जेड़े मनुख ने, वो ते लोक दा रस भी गवा बैठते हैं और परलोक दा आनंद भी गवा बैठते हैं। आप दे श्लोकां दे कुछ होर कीमती श्लोक सवालो जवाब दे रूप दे। कौन सो अखर कौन गुण कौन सो मणिया मंत, कौन सो वेसी हों करी जिस वस आवे कंत। किवें खुदा मिले, वो केड़े अखर ने जो मैं बोला। कौन सो अखर कौन गुण कौन सो मणिया मंत। दरअसल वो केड़े गुण ने मैं धारण करा ते खुदा मिले। वो केड़ा मंत्र है जिसदा मैं रटन करा ते खुदा दी प्राप्ति होवे। वो केड़े अखर ने जो मेरी जबान ते रहन ते खुदा दी प्रसन्नता दा मैं पात्र बना। एक सवालिया फिक्रा, इसदा जवाब कौन सो अखर कौन गुण कौन सो मणिया मंत, कौन सो वेसी हो करी जिस वस आवी कंत। निमन सो अखर खवण गुण जेहबा मणिया मंत, ए त्रै भैणे वेस कर तां वस आवी कंत। बाबा फरीद कहते नवन सो अखर निर्माणता धारण कर। तेरे बोलां दे मिठास होवे, तेरे बोलां दे हलेमी होवे, तेरे बोलां दे निर्माणता होवे। तू जेड़ा भी बोल बोले ओदे ते तेरा अहंग भाव, तेरा आपा भाव प्रगट ना होवे। मनुख जो कुछ भी बोलता है, बहुत सारे बोलों दे उसका अपना भाव ही प्रगट होता है, आपा भाव अहंग भाव ही प्रगट होता है। ऐसे बोल बोल जिहदे च तेरी होंद प्रगट ना होवे, ऐसे बोल बोल जिहदे च प्रभु दी होंद प्रगट होवे, खुदा दी होंद प्रगट होवे। नवन सो अखर खवण गुण शील गुण उच्चा आचरण अपने अंदर धारण कर ते जबान दे ते हर वक्त खुदा दा ना रटी जा। अल्लाह अल्लाह दी धुन रटी जा रटी जा। ई त्रै भैणे वेस कर तां वस आवी कंत। निर्माणता सिरमौर गुण बाबे फरीद ने दसे। जो अपनी ही हर वक्त होंद प्रगट करता है, वो जीवन दे खुदाई होंद नूं प्रगट नहीं कर सकेगा। जो बेसबर है
ਉਹਨੂੰ ਵੀ ਖੁਦਾ ਦੀ ਪ੍ਰਾਪਤੀ ਨਹੀਂ ਹੋ ਸਕੇਗੀ। ਐਸੇ ਕੀਮਤੀ ਬੋਲ ਸਿਰਫ ਬੋਲ ਹੀ ਨਹੀਂ, ਬਲਕਿ ਇਨ੍ਹਾਂ ਬੋਲਾਂ ਵਿੱਚ ਢਲਿਆ ਹੋਇਆ ਆਪ ਦਾ ਜੀਵਨ ਵੀ ਸੀ। ਆਪ ਦੇ ਦੌਰ ਵਿੱਚ ਅਨੇਕਾਂ ਸੂਫੀ ਫਕੀਰਾਂ ਨੇ ਭਾਰਤ ਦੇ ਕੋਨੇ-ਕੋਨੇ ਵਿੱਚ ਰੱਬੀ ਗੀਤ ਗਾ ਕੇ ਲੋਕਾਂ ਨੂੰ ਰੱਬ ਦੇ ਨਾਲ ਜੋੜਿਆ। ਅਤਾਰ ਨਾਮ ਦੇ ਇੱਕ ਸੂਫੀ ਫਕੀਰ ਕਸ਼ਮੀਰ ਦੇ ਸਨ, ਜਿਨ੍ਹਾਂ ਦਾ ਰੋਜ਼ ਦਾ ਕੰਮ ਸੀ ਛੋਲੇ ਉਬਾਲ ਕੇ ਬਾਜ਼ਾਰ ਦੇ ਵਿੱਚ ਵੇਚਣੇ, ਸਬਜ਼ੀਆਂ ਉਬਾਲ ਕੇ ਬਾਜ਼ਾਰ ਦੇ ਵਿੱਚ ਵੇਚਣੀਆਂ। ਪਰ ਭੋਲਾ ਸੁਭਾਅ, ਮਾਸੂਮ ਤਬੀਅਤ, ਫਕੀਰ ਲੋਕ ਠਗਾ ਤੇ ਲੈਂਦੇ ਨੇ, ਠੱਗਦੇ ਨਹੀਂ। ਸੰਸਾਰੀ ਠੱਗ ਕੇ ਖੁਸ਼ ਹੈ, ਫਕੀਰ ਠਗਾ ਕੇ ਖੁਸ਼ ਹੁੰਦਾ ਹੈ, ਠੱਗ ਕੇ ਦੁਖੀ ਹੁੰਦਾ ਹੈ। ਕਿਸੇ ਨੂੰ ਠੱਗਣਾ ਉਸ ਲਈ ਦੁੱਖ ਦਾ ਬਾਇਸ ਹੈ। ਤੋ ਜਿਹੜਾ ਖੋਟਾ ਸਿੱਕਾ ਕਿਧਰੇ ਨਾ ਚਲੇ, ਲੋਕੀ ਅਤਾਰ ਦੀ ਦੁਕਾਨ ਤੇ ਆ ਕੇ ਚਲਾਉਂਦੇ ਸਨ। ਉਹ ਖੌਂਚਾ ਲਾਉਂਦੇ ਸਨ, ਖੋਟਾ ਸਿੱਕਾ ਅੱਗੋਂ ਰੱਖ ਦੇਣਾ। ਤੇ ਇਹ ਅਤਾਰ ਨੂੰ ਵੀ ਪਤਾ ਹੁੰਦਾ ਸੀ ਕਿ ਸਿੱਕਾ ਖੋਟਾ ਹੈ, ਲੇਕਿਨ ਵਾਪਸ ਕਰਨ ਦੀ ਹਿੰਮਤ ਨਹੀਂ ਸੀ। ਜਿਹੜਾ ਮੇਰੇ ਕੋਲ ਆਇਆ ਹੈ, ਇਹਨੂੰ ਮੈਂ ਮਾਯੂਸ ਕਿਵੇਂ ਮੋੜਾਂ? ਚਾਹੇ ਖੋਟਾ ਹੈ, ਇਹਨੂੰ ਮੈਂ ਵਾਪਸ ਕਿਵੇਂ ਕਰਾਂ? ਆਪਣੇ ਕੋਲ ਰੱਖ ਲੈਂਦੇ ਸਨ। ਮੇਰੇ ਕੋਲ ਜੋ ਆਇਆ ਹੈ, ਤਾਂ ਮੈਂ ਆਪਣੇ ਕੋਲ ਥਾਂ ਦੇਣੀ ਹੈ। ਕਮਾਲ ਦੀ ਗੱਲ, ਸਿੱਕਾ ਖੋਟਾ ਲੈਣਾ, ਸੌਦਾ ਖਰਾ ਦੇ ਦੇਣਾ। ਸਹਿਜੇ ਸਹਿਜੇ ਗੱਲ ਕਸ਼ਮੀਰ ਵਿੱਚ ਮਸ਼ਹੂਰ ਹੋ ਗਈ ਕਿ ਖੋਟਾ ਸਿੱਕਾ ਕਿਧਰੇ ਵੀ ਨਾ ਚਲੇ, ਅਤਾਰ ਦੀ ਦੁਕਾਨ ਤੇ ਚੱਲ ਜਾਏਗਾ। ਔਰ ਲੋਕੀ ਜਦ ਦੇਖਦੇ ਸਨ ਕਿ ਕੋਈ ਸਿੱਕਾ ਕਿਧਰੇ ਨਹੀਂ ਚੱਲਦਾ, ਤਾਂ ਸਿੱਧੇ ਸੂਫੀ ਫਕੀਰ ਅਤਾਰ ਦੇ ਕੋਲ ਆਉਣ, ਉਬਲੀਆਂ ਹੋਈਆਂ ਸਬਜ਼ੀਆਂ ਲੈ ਲੈਣ, ਉਬਲੇ ਹੋਏ ਛੋਲੇ ਲੈ ਲੈਣ, ਸੋਹਣਾ ਖਰਾ ਸੌਦਾ ਲੈ ਲੈਣ, ਖੋਟੇ ਸਿੱਕੇ ਦੇ ਜਾਣ। ਸਹਿਜੇ ਸਹਿਜੇ ਖੋਟੇ ਸਿੱਕਿਆਂ ਦੀ ਘਰ ਦੇ ਵਿੱਚ ਭਰਮਾਰ ਹੁੰਦੀ ਗਈ। ਅੱਜ ਅਤਾਰ ਦੀ ਪਤਨੀ ਨੇ ਖੋਟੇ ਸਿੱਕਿਆਂ ਦੀ ਥੈਲੀ ਅੱਗੋਂ ਰੱਖ ਦਿੱਤੀ ਤੇ ਆਖਿਆ ਕਿ ਮੈਂ ਅੱਜ ਉਬਲੇ ਛੋਲਿਆਂ ਦਾ ਖੋਂਚਾ ਤਿਆਰ ਨਹੀਂ ਕਰ ਸਕੀ। ਅੱਜ ਮੈਂ ਸਬਜ਼ੀਆਂ ਉਬਾਲ ਕੇ ਖੋਂਚਾ ਤਿਆਰ ਨਹੀਂ ਕਰ ਸਕੀ। ਕਿਉਂ? ਕਿ ਘਰ ਦੇ ਵਿੱਚ ਸਿੱਕੇ ਹੀ ਨਹੀਂ ਸਨ, ਸਭ ਖੋਟੇ ਨੇ, ਬਾਜ਼ਾਰ ਦੇ ਵਿੱਚ ਚੱਲਦੇ ਹੀ ਨਹੀਂ, ਤਾਂ ਮੈਂ ਕਿਸ ਤਰ੍ਹਾਂ ਸੌਦਾ ਲਿਆਵਾਂ? ਇਸ ਵਾਸਤੇ ਅੱਜ ਖੋਂਚਾ ਤਿਆਰ ਨਹੀਂ ਹੋਇਆ। ਖੋਟੇ ਸਿੱਕਾਂ ਦੀ ਥੈਲੀ ਲੈ ਕੇ ਅਤਾਰ ਪ੍ਰਾਰਥਨਾ ਦੇ ਵਿੱਚ ਜੁੜ ਗਏ, ਦੁਆ ਦੇ ਵਿੱਚ ਜੁੜ ਗਏ ਤੇ ਕਹਿੰਦੇ ਨੇ, ਐ ਖੁਦਾ, ਮੇਰੇ ਕੋਲ ਜਿਹੜਾ ਵੀ ਖੋਟਾ ਸਿੱਕਾ ਆਇਆ ਹੈ, ਮੈਂ ਉਸ ਨੂੰ ਕਬੂਲ ਕੀਤਾ ਹੈ, ਮੈਂ ਉਸ ਨੂੰ ਪ੍ਰਵਾਨ ਕੀਤਾ ਹੈ, ਮੈਂ ਉਸ ਨੂੰ ਆਪਣੇ ਕੋਲ ਰੱਖਿਆ ਹੈ, ਇਸ ਵਾਸਤੇ ਕਿ ਮੈਂ ਵੀ ਖੋਟਾ ਜਦ ਤੇਰੇ ਦਰ ਤੇ ਆਵਾਂ, ਤੂੰ ਮੈਨੂੰ ਕਬੂਲ ਕਰ ਲਈਂ, ਤੂੰ ਮੈਨੂੰ ਪ੍ਰਵਾਨ ਕਰ ਲਈਂ, ਤੂੰ ਆਪਣੇ ਕਦਮਾਂ ਦੇ ਵਿੱਚ ਮੈਨੂੰ ਥਾਂ ਦੇ ਦੇਈਂ। ਇਸ ਤਰ੍ਹਾਂ ਦੀ ਸਬਰ, ਹਲੇਮੀ ਔਰ ਵਿਸ਼ਾਲ ਦਿਲੀ ਦੇ ਮਾਲਕ ਇਹ ਫਕੀਰ ਲੋਕ ਹੋਇਆ ਕਰਦੇ ਨੇ। ਬਾਬਾ ਫਰੀਦ ਇਸ ਤਰ੍ਹਾਂ ਦੇ ਅਗੰਮੀ ਗੀਤ ਸਮਸਤ ਭਾਰਤ ਵਿੱਚ ਗਾ ਗਾ ਕੇ ਮਖਲੂਕ ਨੂੰ ਖੁਦਾ ਦੇ ਨਾਲ ਜੋੜਦੇ ਰਹੇ। ਅੱਲਾ ਦੀ ਕਰ ਬੰਦਗੀ, ਦਿਲ ਦੀ ਰਾਏ ਭਨਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਅੱਲਾ ਦਾ ਨਾਮ ਉਚਾਰਨ ਕਰ, ਦਿਲ ਦੇ ਸਾਰੇ ਵਹਿਮ ਤੋਹਮਾਤ ਮਿਟਾ ਦੇ। ਦਰਵੇਸ਼ਾਂ ਨੂੰ ਰੁੱਖਾਂ ਜੈਸੇ ਹਿਰਦਾ ਚਾਹੀਦਾ ਹੈ, ਦਰਖਤਾਂ ਜੈਸੇ ਹਿਰਦਾ ਚਾਹੀਦਾ ਹੈ। ਦਰਖਤ ਦੀ ਹੋਂਦ ਦੂਜਿਆਂ ਲਈ, ਦਰਖਤ ਦੀ ਛਾਇਆ ਦੂਜਿਆਂ ਲਈ, ਦਰਖਤਾਂ ਦੇ ਪੱਤੇ ਦੂਜਿਆਂ ਲਈ, ਦਰਖਤਾਂ ਦੇ ਫੁੱਲ ਫਲ ਦੂਜਿਆਂ ਲਈ। ਦਰਖਤ ਦੂਜਿਆਂ ਨੂੰ ਸੁੱਖ ਦੇਣ ਲਈ ਜੀ ਰਿਹਾ ਹੈ। ਫਕੀਰ ਤੇ ਉਹ ਹੈ ਜਿਸ ਦੀ ਹੋਂਦ ਦੂਜਿਆਂ ਲਈ ਸੁੱਖ ਦਾ ਬਾਇਸ ਬਣੇ, ਜਿਹਦੀ ਹੋਂਦ ਦੂਜਿਆਂ ਲਈ ਰਸ ਦਾ ਬਾਇਸ ਬਣੇ, ਜਿਹਦੀ ਹੋਂਦ ਦੂਜਿਆਂ ਲਈ ਆਰਾਮ ਦਾ ਬਾਇਸ ਬਣੇ। ਤੋ ਅੱਜ ਵੀ ਬਾਬੇ ਫਰੀਦ ਦੇ ਡੇਰੇ ਪਾਕ ਪਟਨ ਵਿੱਚ ਜਾਈਏ ਤੇ ਇੱਕ ਅਜੀਬ ਜਿਹੀ ਸ਼ਾਂਤੀ ਨਸੀਬ ਆਉਂਦੀ ਹੈ, ਜੈਸੇ ਫਰੀਦ ਦੇ ਇਸ ਉੱਗੇ ਤੇ ਮਹਾਨ ਬ੍ਰਿਕਸ਼ ਦੇ ਥੱਲੇ ਬੈਠਿਆ ਹੋਵੇ ਮਨੁੱਖ। ਐਸਾ ਮਨੁੱਖ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਔਰ ਉੱਥੇ ਬੈਠਣ ਨਾਲ ਅਜੀਬ ਜਿਹੀ ਸ਼ਾਂਤੀ, ਅਜੀਬ ਜਿਹਾ ਸਕੂਨ ਮਨੁੱਖ ਨੂੰ ਮਿਲਦਾ ਹੈ। ਪਤਾ ਚੱਲਦਾ ਹੈ ਵਾਕਈ ਇਹ ਬੂਟਾ ਅੱਜ ਵੀ ਹਰਾ ਭਰਾ ਖੜਾ ਹੈ। ਫਕੀਰ ਭਾਵੇਂ ਤਨ ਕਰਕੇ ਜਗਤ ਤੋਂ ਰੁਖਸਤ ਹੋ ਜਾਂਦੇ ਨੇ, ਪਰ ਉਹਨਾਂ ਦੇ ਫੁੱਲ ਫਲ ਜੋ ਮਧੁਰ ਬਚਨ ਨੇ, ਮਧੁਰ ਬੋਲ ਨੇ, ਉਹ ਤਾ ਜੀਵਨ ਰਹਿੰਦੀ ਦੁਨੀਆ ਤੱਕ ਸੁਖ, ਆਰਾਮ, ਚੈਨ ਤੇ ਆਨੰਦ ਵੰਡਦੇ ਹੀ ਰਹਿੰਦੇ ਨੇ। ਬਾਬੇ ਫਰੀਦ ਦਾ ਇਹ ਅਮਰ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਿਆਂ ਦੇ ਰਾਹੀਂ ਜਗਤ ਵਿੱਚ ਅੱਜ ਵੀ ਫੈਲ ਰਿਹਾ ਹੈ, ਅੱਜ ਵੀ ਅਮਨ ਤੇ ਸ਼ਾਂਤੀ ਤੇ ਰਸ ਸਕੂਨ ਵੰਡ ਰਿਹਾ ਹੈ।